वाहिगुरू जी का खालसा वाहिगुरू जी की फतेह। अंत ना सिफती कहण ना अंत, अंत ना करने देण ना अंत, अंत ना वेखण सुनण ना अंत, अंत ना जापै क्या मन मंत, अंत न जापै कीता आकार, अंत न जापै पारावार, अंत कारण केते बिल लाहे, ताके अंत न पाए जाहे, एहे अंत न जाने कोय, बहुता कहिए बहुता होए, वड्डा साहिब ऊंचा थाऊं, ऊंचे ऊपर ऊंचा नाऊं, एवड ऊंचा होवे कोय, तिस ऊंचे कौ जाने सोए, जेवड आप जाने आप आप, नानक नदरी करमी दात। गुरु सवारे सतसंगी जनों, आप जी ने 24 नंबर पौड़ी का पाठ सरवण किया है। पिछली पौड़ी दे विच सतगुरु गुरु नानक साहब जी महाराज ये गल का जिक्र साडे सामने कर रहे ने कि वो अकाल पुरख परमात्मा दे गुण गाने चाहिए ने, वो सलाउण योग परमात्मा नूं सलाउणा चाहिए, पर साडे विच इन्नी समझ नहीं कि असीं उस परमात्मा दा सलाह के अंत पा सकीए। उस परमात्मा नूं चेते विच सुरत विच टिकाउणा चाहिए है। पर एक मनुख दा सुभाव है कि कादर ने जिहड़ी इस जगत की रचना की है, मनुख उस कादर की रची हुई कुदरत का अंत पाउण की कोशिश करता है। जो कुछ भी अपनियां अखां दे नाल देखदा है ना मनुख, ये मनुख का सुभाव है, फितरत है कि मनुख जो कुछ भी अपनियां अखां दे नाल देखदा है, ये उस दे अंत नूं समझण की कोशिश करता है। जे कोई इहदे सामने खाण वाला पदार्थ आया, ये उहदे बारे भी अंत जानना चाहुंदा, किवें बनिया, कित्थों बनिया, किवें आया। पीण वाली चीज़ बारे भी जानना चाहुंदा, कित्थों आई, किवें आई। चलो जरूरी सी, पर इसने करते की रची हुई कुदरत का भी अंत पाउण की कोशिश की, और कुदरत तो बाद इन्हें करते का भी अंत पाउण की कोशिश की। और साहिब बाणी विच कहंदे ने, ऐसे अंत पाउण वाले एक नहीं बेअंत सी, जिहड़े उस कादर दा करते दा अंत पाउंदे पाउंदे इस संसार तो चले गए, पर वो उस करते दा, उसकी रची हुई कुदरत का अंत नहीं पा सके। क्योंकि अकाल पुरख परमात्मा बेअंत गुणा का मालक है, उसकी रचना जिहड़ी वो भी बेअंत है। हाँ, जिमें जिमें असीं उहदे गुणा दे वल ध्यान मारीए, वो सानूं होर वड्डा प्रतीत होण लगदा है। जगत विच ना तो उहदे जिड्डा वड्डा कोई है, ते ना उहदे जिन्ना वड्डा कोई हो सकदा है। ना कोई दस सकदा कि वो परमात्मा कितना वड्डा है। किसी इंजीनियर, किसी कारीगर की योग्यता जे असीं जाननी होवे,
ਤੇ ਉਹਦੇ ਦੋ ਤਰੀਕੇ ਨੇ ਉਹਦੀ ਯੋਗਤਾ ਨੂੰ ਜਾਣਨ ਵਾਸਤੇ। ਕਿਸੇ ਕਾਰੀਗਰ ਦੀ, ਕੋਈ ਵੀ ਕਾਰੀਗਰ ਹੋਵੇ, ਕੋਈ ਇੰਜੀਨੀਅਰ ਹੋਵੇ, ਕੋਈ ਵੀ ਕਿਸੇ ਕੰਮ ਦੇ ਵਿੱਚ ਨਿਪੁੰਨ ਬੰਦਾ ਹੋਵੇ, ਕਿਸੇ ਵੀ ਕਾਰੋਬਾਰ ਦੇ ਵਿੱਚ, ਕਿਸੇ ਵੀ ਕਿਰਤ ਦੇ ਵਿੱਚ, ਜੇ ਅਸੀਂ ਉਹਦੇ ਗੁਣਾਂ ਦੀ ਜਾਣਕਾਰੀ ਚਾਹੁੰਦੇ ਤੇ ਦੋ ਤਰੀਕੇ ਨੇ, ਦੋ ਵਸੀਲੇ ਨੇ। ਪਹਿਲਾਂ ਤੇ ਉਹ ਵਿਅਕਤੀ ਦੇ ਬਣਾਏ ਹੋਏ ਵੱਖ-ਵੱਖ ਜਿਹੜੇ ਕੰਮ ਨੇ ਉਹਨਾਂ ਨੂੰ ਵੇਖਿਆ ਜਾਂਦਾ ਹੈ। ਉਹਦੇ ਕੋਲੋਂ ਕੰਮ ਲੈਣ ਤੋਂ ਪਹਿਲਾਂ, ਉਹਦੇ ਕੋਲੋਂ ਕੰਮ ਕਰਵਾਉਣ ਤੋਂ ਪਹਿਲਾਂ, ਜਾਂ ਉਹਦੇ ਤੱਕ ਪਹੁੰਚ ਕਰਨ ਤੋਂ ਪਹਿਲਾਂ, ਸਭ ਤੋਂ ਪਹਿਲਾਂ ਉਹਦੇ ਜਿਹੜੇ ਪਹਿਲੇ ਕੀਤੇ ਹੋਏ ਕੰਮ ਨੇ ਉਹਨਾਂ ਨੂੰ ਵੇਖਿਆ ਜਾਂਦਾ ਹੈ। ਫਿਰ ਦੂਸਰਾ ਉਹਨਾਂ ਵਿਅਕਤੀਆਂ ਦੀ ਰਾਏ ਲਈ ਜਾਂਦੀ ਹੈ ਜਿਨ੍ਹਾਂ ਨੇ ਉਸ ਦੇ ਕੰਮ ਨੂੰ ਵੇਖਿਆ ਹੈ ਜਾਂ ਉਹਦੇ ਕੋਲੋਂ ਕੰਮ ਕਰਵਾਇਆ ਹੈ, ਉਹਦੇ ਤੋਂ ਕੰਮ ਲਿਆ ਹੈ। ਉਹਨਾਂ ਵਿਅਕਤੀਆਂ ਦੇ ਕੋਲ ਪਹੁੰਚ ਕਰਕੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ, ਜਾਂ ਇੱਦਾਂ ਕਹਿ ਲਈਏ ਕਿ ਉਸ ਦੇ ਕੰਮਾਂ ਨੂੰ ਦੇਖਿਆ ਜਾਂਦਾ ਤੇ ਜਾਂ ਉਹਦੇ ਕੰਮਾਂ ਨੂੰ ਸੁਣਿਆ ਜਾਂਦਾ ਹੈ। ਹੁਣ ਇਹ ਦੋ ਤਰੀਕੇ ਨੇ ਜਦੋਂ ਅਸੀਂ ਕਿਸੇ ਕੋਲੋਂ ਕੰਮ ਲੈਣਾ ਹੋਵੇ, ਕਿਸੇ ਨਾਲ ਗੱਲਬਾਤ ਕਾਰੋਬਾਰ ਸੰਬੰਧੀ ਕਰਨੀ ਹੋਵੇ। ਦੋ ਤਰੀਕੇ ਨੇ, ਜਾਂ ਉਹਦੇ ਬਾਰੇ ਸੁਣਿਆ ਜਾਂਦਾ ਹੈ ਜਾਂ ਉਹਦੇ ਬਾਰੇ ਵੇਖਿਆ ਜਾਂਦਾ ਹੈ। ਪਰ ਇਹ ਤੇ ਦੁਨਿਆਵੀ ਤੌਰ ਤੇ ਤਰੀਕੇ ਨੇ। ਅਸੀਂ ਪ੍ਰਮਾਤਮਾ ਬਾਰੇ ਵੀ ਇਹ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਚਾਹੁੰਦੇ ਪ੍ਰਮਾਤਮਾ ਬਾਰੇ ਵੀ ਜੋ ਅਸੀਂ ਵੇਖੀਏ ਉਹੋ ਹੀ ਬਸ ਅਸੀਂ ਮੰਨੀਏ, ਜੋ ਅਸੀਂ ਸੁਣੀਏ ਉਹ ਅਸੀਂ ਮੰਨੀਏ। ਜਾਂ ਬੰਦਾ ਵੇਖ ਕੇ ਮੰਨਦਾ ਹੈ ਜਾਂ ਸੁਣ ਕੇ ਮੰਨਦਾ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਹ ਪੌੜੀ ਸਾਨੂੰ ਇਹ ਗੱਲ ਦੀ ਸਮਝ ਦਿੰਦੀ ਹੈ ਕਿ ਦੁਨਿਆਵੀ ਤੌਰ ਤੇ ਹੋ ਸਕਦਾ ਕੋਈ ਕਿਸੇ ਦੀਆਂ ਗੱਲਾਂ ਨੂੰ ਸੁਣ ਕੇ ਮੰਨ ਲਏ ਜਾਂ ਵੇਖ ਕੇ ਮੰਨ ਲਏ, ਪਰ ਉਹ ਅਕਾਲ ਪੁਰਖ ਪਰਮਾਤਮਾ ਦੀ ਕੁਦਰਤ, ਉਹ ਅਕਾਲ ਪੁਰਖ ਪਰਮਾਤਮਾ ਬਾਰੇ ਨਾ ਤੇ ਅਸੀਂ ਵੇਖ ਕੇ ਨਿਰਣਾ ਕਰ ਸਕਦੇ ਤੇ ਨਾ ਅਸੀਂ ਸੁਣ ਕੇ ਨਿਰਣਾ ਕਰ ਸਕਦੇ, ਕਿਉਂਕਿ ਉਸ ਕਾਦਰ ਦੀ ਕੁਦਰਤ ਦਾ ਅੰਤ ਨਹੀਂ ਹੈ, ਉਸ ਕਰਤੇ ਦਾ ਅੰਤ ਨਹੀਂ ਹੈ। ਇੱਕ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਜਿਸ ਪਰਮਾਤਮਾ ਨੇ ਐਡੇ ਐਡੇ ਵੱਡੇ ਪਰਬਤਾਂ ਦੀ ਰਚਨਾ ਕੀਤੀ ਹੋਵੇ, ਜਿਸ ਪ੍ਰਮਾਤਮਾ ਨੇ ਗਹਿਰੇ ਸਾਗਰਾਂ ਦੀ ਰਚਨਾ ਕੀਤੀ ਹੋਵੇ, ਜਿਸ ਪ੍ਰਮਾਤਮਾ ਨੇ ਇੱਕ ਤੀਲੇ ਤੋਂ ਲੈ ਕੇ ਬੋੜ ਤੱਕ ਵੱਡੇ ਵੱਡੇ ਵਿਸ਼ਾਲ ਬ੍ਰਿਸ਼ ਪੈਦਾ ਕੀਤੇ ਹੋਣ, ਜਿਹਨੇ ਤਿਤਲੀ ਤੇ ਮੋਰ ਦੇ ਖੰਭਾਂ ਦੇ ਵਿੱਚ ਸੁੰਦਰਤਾ ਭਰੀ ਹੋਵੇ, ਜਿਹਨੇ ਕੋਇਲ ਤੇ ਕਾਂ ਨੂੰ ਅਲੱਗ-ਅਲੱਗ ਆਵਾਜ਼ ਦਿੱਤੀ ਹੋਵੇ, ਕਿ ਅਸੀਂ ਕੁਦਰਤ ਦੀ ਹਰ ਇੱਕ ਚੀਜ਼ ਦਾ ਗਿਆਨ ਆਪਣੀ ਅੱਖੀਂ ਵੇਖ ਕੇ ਪ੍ਰਾਪਤ ਕਰ ਸਕਦੇ ਹਾਂ। ਕਿ ਇਹਨਾਂ ਵੱਲ ਵੇਖ ਕੇ ਅਸੀਂ ਕਾਦਰ ਦਾ ਜਾਂ ਕੁਦਰਤ ਦਾ ਅੰਤ ਪਾ ਸਕਦੇ ਹਾਂ। ਕਿ ਇਹਨਾਂ ਚੀਜ਼ਾਂ ਨੂੰ ਅੱਖੀਂ ਵੇਖਣਾ, ਇਹਨਾਂ ਚੀਜ਼ਾਂ ਦੀ ਸਿਫਤ ਦਾ ਵਰਣਨ ਕਰਨਾ, ਇਹਦੇ ਨਾਲ ਕੀ ਅਸੀਂ ਕਰਤੇ ਦਾ, ਕਾਦਰ ਦਾ ਅੰਤ ਪਾ ਲਿਆ। ਕੁਦਰਤ ਦੀ ਰਚੀ ਹੋਈ ਇੱਕ ਇੱਕ ਚੀਜ਼ ਉੱਪਰ ਵੱਡੇ ਵੱਡੇ ਗ੍ਰੰਥ ਲਿਖੇ ਜਾ ਚੁੱਕੇ ਨੇ, ਵੱਡੇ ਵੱਡੇ ਗ੍ਰੰਥ ਲਿਖੇ ਗਏ, ਕਰਤੇ ਤੇ ਵੀ ਤੇ ਕਰਤੇ ਦੀ ਕੁਦਰਤ ਤੇ ਵੀ ਵੱਡੇ ਵੱਡੇ ਗ੍ਰੰਥ ਲਿਖੇ ਗਏ। ਸਰੀਰ ਦੇ ਇੱਕ ਇੱਕ ਅੰਗ ਦੇ ਉੱਤੇ ਵੱਡੇ ਵੱਡੇ ਆਕਾਰ ਦੀਆਂ ਪੁਸਤਕਾਂ ਲਿਖੀਆਂ ਗਈਆਂ, ਲਾਇਬ੍ਰੇਰੀਆਂ ਭਰੀਆਂ ਪਈਆਂ ਨੇ। ਪਰ ਇਹਨਾਂ ਲਿਖਾਰੀਆਂ ਨੂੰ ਪੁੱਛ ਕੇ ਵੇਖੋ, ਇਹ ਕਹਿਣਗੇ ਇਹ ਪੁਸਤਕਾਂ ਅਜੇ ਅਧੂਰੀਆਂ ਨੇ। ਜੇ ਪੂਰੀਆਂ ਹੁੰਦੀਆਂ ਤੇ ਫਿਰ ਉਹਦੇ ਤੋਂ ਬਾਅਦ ਉਹਨਾਂ ਤੇ ਹੋਰ ਕੁਝ ਲਿਖਣ ਦੀ ਕਿਉਂ ਲੋੜ ਪੈਂਦੀ। ਇਹਦਾ ਮਤਲਬ ਕਿ ਉਹ ਪੁਸਤਕਾਂ ਲਿਖਣ ਤੋਂ ਬਾਅਦ ਵੀ, ਲਾਇਬ੍ਰੇਰੀਆਂ ਭਰਨ ਤੋਂ ਬਾਅਦ ਵੀ, ਇਹਨੇ ਵੱਡੇ ਗ੍ਰੰਥ ਲਿਖਣ ਤੋਂ ਬਾਅਦ ਵੀ ਜੇ ਪੁਸਤਕਾਂ ਲਿਖਣ ਦੀ ਲੋੜ ਪੈ ਰਹੀ, ਇਹਦਾ ਮਤਲਬ ਪਹਿਲੀਆਂ ਪੁਸਤਕਾਂ ਦੇ ਵਿੱਚ ਕੁਝ ਅਧੂਰਾਪਨ ਹੈ। ਉਹ ਖੁਦ ਮੰਨਦੇ ਨੇ ਕਿ ਇਹ ਅਧੂਰੀਆਂ ਨੇ। ਵੇਦ ਸ਼ਾਸਤਰਾਂ ਦੀ ਰਚਨਾ ਕਰਨ ਵਾਲਿਆਂ ਨੇ ਅੰਤ ਦੇ ਵਿੱਚ ਇਹ ਸ਼ਬਦ ਲਿਖੇ, ਨਾ ਇਤੀ ਨਾ ਇਤੀ। ਅਰਥ ਕੀ ਸੀ? ਅੰਤ ਨਹੀਂ, ਅੰਤ ਨਹੀਂ। ਹਾਂ, ਲਿਖ ਦਿੱਤੇ ਨੇ ਗ੍ਰੰਥ, ਲਿਖ ਦਿੱਤੇ ਨੇ ਵੇਦ ਸ਼ਾਸਤਰ, ਨਾ ਇਤੀ ਨਾ ਇਤੀ, ਭਾਵ ਇਹ ਨਾ ਸਮਝਿਓ ਵੀ ਇਹ ਅੰਤ ਲਿਖ ਦਿੱਤਾ। ਕਹਿੰਦੇ ਨਾ, ਅੰਤ ਨਹੀਂ, ਅੰਤ ਨਹੀਂ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪੌੜੀ ਦੇ ਵਿੱਚ ਵੀ ਸਾਨੂੰ ਇਹੋ ਸਮਝਾਇਆ, ਉਸ ਕਾਦਰ ਦੇ, ਉਸ ਕਰਤੇ ਦੇ ਇਸ ਰਚੇ ਹੋਏ ਸੰਸਾਰ ਨੂੰ ਵੇਖ ਕੇ ਕਿਤੇ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਨਾ ਕਰਿਓ। ਉਹਦਾ ਅੰਤ ਨਹੀਂ। ਹਾਂ, ਉਹਦੀ ਰਚੀ ਹੋਈ ਕੁਦਰਤ ਦੇ ਵਿੱਚੋਂ ਉਹਨੂੰ ਵੇਖੋ, ਉਹਦਾ ਸ਼ੁਕਰ ਕਰੋ, ਉਹਦੇ ਗੁਣ ਗਾਓ, ਪਰ ਉਹਦਾ ਅੰਤ ਨਹੀਂ।